ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਡਾਕਟਰ ਗੁਰਪ੍ਰੀਤ ਸਿੰਘ ਐਮਡੀ ਮੈਡੀਸਨ ਬਾਬਾ ਨਸਰੂਨ ਬਸਟਾਣਾ ਤੋਂ ਅੱਜ ਫਿਰ ਤੁਹਾਡੇ ਨਾਲ ਆਮਨੇ ਸਾਹਮਣੇ ਹੋ ਰਹੇ ਹਾਂ। ਜਿਸ ਤਰ੍ਹਾਂ ਕਿ ਆਪਾਂ ਅੱਗੇ ਵੀ ਰੂਟੀਨ ਵਿੱਚ ਇਹ ਫੋਲੋ ਕੀਤਾ ਕਿ ਆਪਾਂ ਕੁਝ ਕਾਮਨ ਟੌਪਿਕਸ ਬਾਰੇ ਗੱਲ ਕਰਦੇ ਹਾਂ। ਅੱਜ ਵੀ ਆਪਾਂ ਹੀ ਕਾਮਨ ਟੌਪਿਕ ਟਿਊਬਰਕਲੋਸਿਸ TB ਬਾਰੇ ਗੱਲ ਕਰਾਂਗੇ। ਵੈਸੇ ਤਾਂ ਡਿਜ਼ੀਜ਼ ਕਾਫੀ ਅੱਗੇ ਨਾਲੋਂ ਘੱਟ ਚੁੱਕੀ ਹੈ, ਗੌਰਮੈਂਟ ਦਾ ਕਾਫੀ ਉਪਰਾਲਾ ਰਿਹਾ ਹੈ। ਕਈ ਪ੍ਰੋਗਰਾਮ ਜਿਵੇਂ RNTCP ਪ੍ਰੋਗਰਾਮ ਜਿਹੜੇ ਕਿ ਟ੍ਰੀਟਮੈਂਟ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਦੇ ਨੇ, ਪਰ ਫਿਰ ਵੀ ਦੇਖਿਆ ਕਿ ਬਹੁਤ ਸਾਰੇ ਕੇਸਿਸ ਅਨਡਾਇਗਨੋਸ ਚੱਲਦੇ ਆ ਰਹੇ ਨੇ। ਜੇ ਆਪਾਂ ਗੱਲ ਕਰੀਏ ਟਿਊਬਰਕਲੋਸਿਸ ਦੀ, TB ਇੱਕ ਕੀਟਾਣੂ ਬੈਸਿਲਸ ਕਰਕੇ ਹੁੰਦੀ ਹੈ। ਮਾਈਕੋਬੈਕਟੀਰੀਅਮ ਟਿਊਬਰਕਲੋਸਿਸ ਨਾਮ ਹੈ। ਬਹੁਤ ਸਾਲਾਂ ਤੋਂ ਹੈ ਅਤੇ ਇਹਦੀ ਪ੍ਰੀਵੈਂਸ਼ਨ ਵਾਸਤੇ ਵੈਕਸੀਨ ਬਹੁਤ ਪਹਿਲਾਂ ਡਿਸਕਵਰ ਹੋ ਗਈ ਸੀ, ਜਿਹਨੂੰ ਕਿ BCG ਵੈਕਸੀਨ ਕਹਿੰਦੇ ਹਾਂ। ਇਹ ਵੈਕਸੀਨ ਆਪਣੇ ਖੱਬੇ ਮੋਢੇ 'ਤੇ ਲੱਗਦੀ ਹੈ, ਐਟ ਬਰਥ ਲੱਗਦੀ ਹੈ। ਬਟ ਫਿਰ ਵੀ ਦੇਖਿਆ ਗਿਆ ਕੁਛ ਲੋਕ ਅਨਪੜ੍ਹਤਾ ਕਰਕੇ ਇੰਜੈਕਸ਼ਨ ਨਹੀਂ ਲਗਵਾਉਂਦੇ, ਜਾਂ ਇਸ ਦੇ ਲਗਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਟਿਊਬਰਕਲੋਸਿਸ ਹੋ ਜਾਂਦੀ ਹੈ। ਜੇ ਆਪਾਂ ਕੁਛ ਇਹਦੇ ਸਾਈਨ ਸਿੰਪਟਮ ਬਾਰੇ ਗੱਲ ਕਰੀਏ ਤਾਂ ਬਹੁਤ ਵਾਰੀ ਹੁੰਦਾ ਕਿ ਇਹ ਇੱਕ ਅਨਡਾਇਗਨੋਸ ਚੱਲੀ ਜਾਂਦੀ ਹੈ ਅਤੇ ਸਾਈਨ ਸਿੰਪਟਮ ਵਿੱਚ ਹਲਕਾ ਬੁਖਾਰ ਰਹਿੰਦਾ ਹੈ। ਨੰਬਰ 1, ਇਹ ਬੁਖਾਰ ਅਸੀਂ ਈਵਨਿੰਗ ਰਾਈਜ਼ ਕੁਛ ਕਹਿ ਦਿੰਦੇ ਵੀ ਸ਼ਾਮ ਨੂੰ ਜਾ ਕੇ ਬੁਖਾਰ ਹੁੰਦਾ। ਬਾਕੀ ਸਾਰਾ ਦਿਨ ਪੇਸ਼ੈਂਟ ਠੀਕ ਰਹਿੰਦਾ, ਸ਼ਾਮ ਨੂੰ ਜਾ ਕੇ ਉਹਨੂੰ ਫੀਲ ਹੁੰਦਾ ਵੀ ਹੱਡ ਪੰਨੀ ਹੋ ਗਈ, ਮੈਨੂੰ ਬੁਖਾਰ ਹੋ ਗਿਆ। ਬਾਕੀ ਵੇਟ ਘੱਟ ਜਾਂਦਾ ਹੈ, ਡਿਸਪਾਈਟ ਕਿ ਖਾਣਾ ਖਾਣ ਦੇ ਬਾਵਜੂਦ ਵੀ। ਕੁਝ ਕੇਸਿਸ 'ਚ ਭੁੱਖ ਵੀ ਘੱਟ ਜਾਂਦੀ ਹੈ। ਫਿਰ ਕੁਝ ਸਿੰਪਟਮਸ ਹੈ ਜਿਵੇਂ ਕਿ ਸ਼ਾਮ ਨੂੰ ਪਸੀਨਾ ਆਉਣਾ, ਨਾਈਟ ਸਵੈਟਸ। ਰਾਤ ਨੂੰ ਜਾਂ ਸ਼ਾਮ ਨੂੰ ਪੇਸ਼ੈਂਟ ਕਹਿੰਦਾ ਮੈਨੂੰ ਬੁਖਾਰ ਜਦ ਮਹਿਸੂਸ ਹੋਇਆ, ਫਿਰ ਉਸ ਤੋਂ ਬਾਅਦ ਮੈਨੂੰ ਪਸੀਨਾ ਆਇਆ, ਇਹ ਨਾਈਟ ਸਵੈਟਸ ਅਸੀਂ ਕਹਿੰਦੇ ਹਾਂ। ਫਿਰ ਕੁਛ ਅਲੱਗ ਤਰ੍ਹਾਂ ਦੀ TB ਹੁੰਦੀ ਹੈ। ਜੇ ਚੈਸਟ ਦੀ ਹੋਵੇ ਤਾਂ ਪੇਸ਼ੈਂਟ ਨੂੰ ਖਾਂਸੀ ਹੋਣੀ ਸ਼ੁਰੂ ਹੋ ਜਾਂਦੀ ਹੈ। ਅਤੇ ਇੱਕ ਕਾਮਨ ਬੜੀ ਅੱਜ ਕੱਲ੍ਹ ਦੇਖਣ 'ਚ ਆਇਆ ਕਿ ਗਿਲਟੀਆਂ ਹੋ ਜਾਂਦੀਆਂ ਨੇ, ਖਾਸ ਕਰਕੇ ਗਰਦਨ ਦੇ ਵਿੱਚ ਗਿਲਟੀਆਂ ਹੋ ਜਾਂਦੀਆਂ ਅਤੇ ਪੇਸ਼ੈਂਟ ਆਉਂਦਾ ਵੀ ਮੇਰੀ ਇਹ ਗਿਲਟੀ ਬਣ ਗਈ ਡਾਕਟਰ ਸਾਹਿਬ ਦੇਖਿਓ। ਅਤੇ ਜਦੋਂ ਉਹਦਾ ਆਪਾਂ ਟੈਸਟ ਕਰਾਉਂਦੇ ਹਾਂ, FNAC ਕਰਾਉਂਦੇ ਹਾਂ ਜਾਂ ਕੁਛ ਹੋਰ ਬਲੱਡ ਟੈਸਟ ਕਰਾਉਂਦੇ ਹਾਂ, ਤਾਂ ਉਸ ਪਤਾ ਲੱਗਦਾ ਕਿ ਪੇਸ਼ੈਂਟ ਨੂੰ TB ਹੈ। ਅਤੇ ਇਹ ਪੇਸ਼ੈਂਟ ਟਰੀਟਮੈਂਟ ਲੈ ਕੇ ਬਿਲਕੁਲ ਠੀਕ ਹੋ ਜਾਂਦੇ ਨੇ। ਸੋ ਇਹ ਸਾਈਨ ਸਿੰਪਟਮ ਬੁਖਾਰ, ਭੁੱਖ ਨਾ ਲੱਗਣਾ, ਵੇਟ ਘਟਣਾ, ਨਾ ਈਵਨਿੰਗ ਸਵੈਟਸ, ਨਾਈਟ ਸਵੈਟਸ, ਇਹ ਸਾਰੇ ਇਹਦੇ ਸਾਈਨ ਸਿੰਪਟਮ ਨੇ। ਇਹ ਫੈਲਦੀ ਕਿਸ ਤਰ੍ਹਾਂ ਹੈ? ਜਿਸ ਤਰ੍ਹਾਂ ਕਿ ਆਪਾਂ 2 ਕੈਟੇਗਰੀ 'ਚ ਪਲਮਨਰੀ ਅਤੇ ਐਕਸਟਰਾ ਪਲਮਨਰੀ, ਜਿਹੜੀ ਕੁਛ ਇਹ ਪ੍ਰਾਇਮਰੀ TB ਜਿਹੜੀ ਛਾਤੀ ਦੀ ਹੋਵੇ, ਅਤੇ TB ਕੁਛ ਹੋਰ ਜਗ੍ਹਾ ਦੀ ਜਿਵੇਂ ਕਿ ਲਿੰਫ ਨੋਡਸ ਹੋ ਗਏ, ਗਿਲਟੀ ਨੂੰ ਆਪਾਂ ਕਹਿੰਦੇ ਹਾਂ, ਉਸ ਕੇਸ 'ਚ ਪੇਸ਼ੈਂਟ ਨੂੰ ਕੋਈ ਖਾਂਸੀ ਨਹੀਂ, ਕੁਛ ਨਹੀਂ। ਟਿਊਬਰਕਲੋਸਿਸ ਦੇਖਿਆ ਜਾਵੇ ਤਾਂ ਹਰੇਕ ਔਰਗਨ ਦੀ ਹੋ ਸਕਦੀ ਹੈ। ਫੀਮੇਲਸ ਯੂਟਰਸ ਦੀ ਹੋ ਜਾਂਦੀ ਹੈ। ਬਾਕੀ ਹਰੇਕ ਔਰਗਨ ਦੀ ਬੋਨ TB ਹੋ ਸਕਦੀ ਹੈ। ਕਈ ਵਾਰੀ ਕੁਛ ਐਸੇ ਜ਼ਖਮ ਹੁੰਦੇ ਨੇ ਲੱਤ 'ਤੇ ਜਿਹੜੇ ਕਿ ਠੀਕ ਹੀ ਨਹੀਂ ਹੁੰਦੇ, ਉਹਨਾਂ 'ਚ ਪਸ ਲਗਾਤਾਰ 6 ਮਹੀਨੇ ਸਾਲ ਤੋਂ ਆਉਂਦੀ ਹੈ। ਜਦੋਂ ਉਹਦੇ ਟੈਸਟ ਕੀਤੇ ਜਾਂਦੇ ਆ ਤਾਂ ਉਹ ਐਕਚੁਅਲੀ ਬੋਨ TB ਹੋ ਜਾਂਦੀ ਹੈ, ਜਿਸ ਕਰਕੇ ਜ਼ਖਮ ਠੀਕ ਨਹੀਂ ਹੁੰਦਾ। ਪੇਸ਼ੈਂਟ ਨੂੰ ਹੋਰ ਕੋਈ ਪ੍ਰੋਬਲਮ ਨਹੀਂ, ਬਸ ਜ਼ਖਮ ਹੀ ਠੀਕ ਨਹੀਂ ਹੁੰਦਾ ਉਹਨਾਂ ਦਾ। ਸੋ ਇਹ ਕਾਮਨ ਸਿੰਪਟਮ ਨੇ ਜਿਹੜੇ ਕਿ ਆਪਾਂ ਨੂੰ ਪੁਆਇੰਟ ਆਊਟ ਕਰਦੇ ਨੇ ਕਿ ਇਸ ਪੇਸ਼ੈਂਟ ਨੂੰ TB ਹੋ ਸਕਦੀ ਹੈ। ਹੋਰ ਆਪਾਂ ਇਸ ਫੈਲਦੀ ਇੱਕ ਤਾਂ ਤੁਹਾਨੂੰ ਮੈਂ ਦੱਸਿਆ ਜੇ ਚੈਸਟ ਵਾਲੀ TB ਹੈ, ਪਲਮਨਰੀ TB ਹੈ, ਇਹ ਖਾਂਸੀ ਕਰਨ ਨਾਲ, ਬਲਗਮ ਦੇ ਨਾਲ, ਐਰੋਸੋਲ ਦੇ ਨਾਲ ਫੈਲਦੀ ਹੈ। ਇੱਕ ਪੇਸ਼ੈਂਟ ਖਾਂਸੀ ਕਰ ਰਿਹਾ, ਉਹਦੀ ਖਾਂਸੀ 'ਚ ਕੀਟਾਣੂ ਚਲ ਗਏ, ਅਗਲੇ ਪੇਸ਼ੈਂਟ ਨੂੰ ਅਗਲੇ ਬੰਦੇ ਨੂੰ ਚਲੇ ਗਏ, ਤਾਂ ਉਹਨੂੰ ਵੀ TB ਹੋਣ ਦੇ ਚਾਂਸ ਬਹੁਤ ਜ਼ਿਆਦਾ ਨੇ। ਕੁਛ ਹੁੰਦਾ ਇੰਜੈਸ਼ਨ ਵੀ ਹੋ ਜਾਂਦੀ ਹੈ, ਵੀ ਬਲਗਮ ਨੂੰ ਅੰਦਰ ਲੰਘਾ ਜਾਣਾ, ਅਤੇ ਬਾਕੀ ਫਿਰ ਆਂਤੜੀਆਂ ਦੀ TB ਵੀ ਉਸ ਕਾਰਨ ਹੋ ਸਕਦੀ ਹੈ। ਡਾਇਰੈਕਟ ਕੰਟੈਕਟ ਨਾਲ ਚਾਂਸ ਘੱਟ ਹੁੰਦੇ ਨੇ, ਬਟ ਐਰੋਸੋਲ ਮੈਥਡ ਨਾਲ ਬਹੁਤ ਜ਼ਿਆਦਾ ਨੇ ਖਾਂਸੀ ਦਾ।
ਆਪਾਂ ਹੁਣ ਡਾਇਗਨੋਸ ਕਿਵੇਂ ਕਰਾਂਗੇ? ਤੁਹਾਨੂੰ ਡਾਇਗਨੋਸਟਿਕ ਤੇ ਮੈਂ ਸਾਈਨ ਸਿੰਪਟਮ ਸਾਰੇ ਦੱਸਤੇ। ਜੇ ਪੇਸ਼ੈਂਟ ਬੁਖਾਰ, ਈਵਨਿੰਗ ਸਵੈਟ ਸਾਰਾ ਕੁਝ ਲੈ ਕੇ ਆਵੇ, ਵਜਨ ਘਟਦਾ ਜਾਵੇ, ਤੇ ਆਪਾਂ ਕੁਝ ਬੇਸਿਕਸ ਟੈਸਟ ਕਰਦੇ ਹਾਂ। ਇਹਦੇ ਵਿੱਚ ਕਿ ਆਪਾਂ ESR ਵਗੈਰਾ CBC ਦੇਖੀਦਾ, ਫਿਰ ਪੇਸ਼ੈਂਟ ਦਾ ਚੈਸਟ ਐਕਸਰੇ ਕਰਾਈਦਾ, ਜੇ ਲੋੜ ਲੱਗੇ ਉਹਦੀ ਅਲਟਰਾਸਾਊਂਡ ਵੀ ਕਰਵਾਉਣਾ ਪੈਂਦਾ। ਅਤੇ ਜੇ ਪੇਸ਼ੈਂਟ ਨੂੰ ਖਾਂਸੀ ਹੈ ਤਾਂ ਬਲਗਮ ਸਭ ਤੋਂ ਸੌਖਾ ਅਤੇ ਰਿਲਾਇਬਲ ਟੈਸਟ ਮੰਨਿਆ ਜਾਂਦਾ ਹੈ। ਸਪੂਟਮ ਐਗਜ਼ਾਮੀਨੇਸ਼ਨ ਕਰਦੇ ਹਾਂ ਆਪਾਂ, 3 ਵਾਰੀ ਬਲਗਮ ਟੈਸਟ ਕਰਦੇ ਹਾਂ। ਅਤੇ ਟੈਸਟ ਕਰਕੇ ਆਪਾਂ ਇਹ ਹੈ ਵੀ ਕੀਟਾਣੂ, TB ਦੇ ਕੀਟਾਣੂ ਜੇ ਪੋਜ਼ੀਟਿਵ ਆਉਂਦੇ ਆ ਤਾਂ ਉਸ ਪੇਸ਼ੈਂਟ ਨੂੰ ਟ੍ਰੀਟਮੈਂਟ ਦੇਈਦਾ। ਹੁਣ ਇਹ ਟ੍ਰੀਟਮੈਂਟ ਬਿਲਕੁਲ ਫ੍ਰੀ ਆਫ ਕਾਸਟ ਅਵੇਲੇਬਲ ਹੈ ਗੌਰਮੈਂਟ ਸੈਟਅਪ 'ਚ। ਤਾਂ ਅਸੀਂ ਸਾਰੇ ਪੇਸ਼ੈਂਟਸ ਨੂੰ ਉੱਥੇ ਗੌਰਮੈਂਟ 'ਚ ਭੇਜ ਦਿੰਦੇ ਹਾਂ, ਜੋ ਕਿ ਆਪਣੇ ਤਰੀਕੇ ਨਾਲ ਡਾਇਗਨੋਸ ਕਰਕੇ ਉਹਦਾ ਚਾਰਟ ਬਣਾ ਕੇ RNTCP ਪ੍ਰੋਗਰਾਮ ਦੇ ਅੰਡਰ ਉਹਨਾਂ ਨੂੰ ਫ੍ਰੀ ਆਫ ਕਾਸਟ ਸਾਰੀ ਮੈਡੀਸਨ ਦਿੰਦੇ ਨੇ। 6 ਮਹੀਨੇ ਦਾ ਕੋਰਸ ਹੈ ਅਤੇ ਅਕੋਰਡਿੰਗ ਟੂ ਵੇਟ ਦਿੰਦੇ ਆ, ਮੈਡੀਸਨਸ ਦਿੰਦੇ ਨੇ। ਅਤੇ ਮੈਡੀਸਨਸ ਲੈ ਕੇ ਪੇਸ਼ੈਂਟ ਜੇ ਪੂਰੀ ਡੋਜ਼ ਲੈਂਦਾ, ਪ੍ਰੋਪਰ ਲੈਂਦਾ, ਤਾਂ ਪੇਸ਼ੈਂਟ ਠੀਕ ਬਿਲਕੁਲ ਹੋ ਜਾਂਦਾ। ਕੁਝ ਕੇਸਿਸ 'ਚ ਰੈਜ਼ਿਸਟੈਂਸ ਕੇਸਿਸ ਰਹਿ ਜਾਂਦੇ ਆ, ਉਸ ਕੇਸਿਸ 'ਚ ਫਿਰ ਮੋਡੀਫਾਈਡ ਟਿਊਬਰਕਲੋਸਿਸ ਦਾ ਟ੍ਰੀਟਮੈਂਟ ਦੇਣਾ ਪੈਂਦਾ। ਅਤੇ ਇੱਕ ਬੜੀ ਨੋਰਮਲ ਜੀ ਹੈ, ਬਟ ਜੇ ਆਪਾਂ ਨੂੰ ਟਾਈਮ ਸਿਰ ਡਾਇਗਨੋਸ ਕਰ ਲਾਂਗੇ। ਸਾਡੇ ਕੋਲ ਕਈ ਪੇਸ਼ੈਂਟਸ ਆਉਂਦੇ ਨੇ ਜਿਹੜੇ ਬਹੁਤ ਦੇਰ ਡਾਇਗਨੋਸ ਹੁੰਦੇ ਨੇ, ਚੈਸਟ ਇੰਨੀ ਖਰਾਬ ਹੋ ਚੁੱਕੀ ਹੁੰਦੀ ਹੈ, ਅਤੇ ਇਹੋ ਜਿਹੇ ਕੇਸਿਸ ਇਹ ਫੈਲਾਉਣ 'ਚ ਬਹੁਤ ਜ਼ਿਆਦਾ ਉਹ ਨੁਕਸਾਨ ਕਰਦੇ ਆ, ਓਪਨ ਕੇਸ ਬਣ ਜਾਂਦੇ ਨੇ, ਖਾਂਸੀ ਕਰਦੇ ਰਹਿੰਦੇ ਨੇ। ਅਤੇ ਜੇ ਪ੍ਰੋਪਰ ਟ੍ਰੀਟਮੈਂਟ ਨਹੀਂ ਇਹਦਾ ਲੈਂਦੇ, ਪ੍ਰੋਪਰ ਡਾਇਗਨੋਸ ਨਹੀਂ ਹੁੰਦਾ, ਤਾਂ ਇਹ ਕਾਫੀ ਲੋਕਾਂ ਨੂੰ ਇਨਫੈਕਟ ਕਰ ਦਿੰਦੀ ਹੈ। ਸੋ ਜੇ ਆਪਣੇ ਕੋਲ ਆਪਾਂ ਨੂੰ ਕੋਈ ਇਸ ਤਰ੍ਹਾਂ ਦੇ ਸਿੰਪਟਮਸ ਹੁੰਦੇ ਨੇ, ਖਾਂਸੀ ਹੈ, ਲੰਬਾ ਬੁਖਾਰ ਚੱਲੀ ਜਾਂਦਾ ਹੈ, ਭੁੱਖ ਨਹੀਂ ਲੱਗਦੀ, ਸ਼ਾਮ ਨੂੰ ਬਾਅਦ ਜਾ ਕੇ ਬੁਖਾਰ ਅਤੇ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ, ਤਾਂ ਆਪਾਂ ਨੂੰ ਡਾਕਟਰ ਕੋਲ ਜਾ ਕੇ ਪ੍ਰੋਪਰ TB ਦੀ ਜਾਂਚ ਕਰਾਉਣੀ ਚਾਹੀਦੀ ਹੈ। ਜਾਂਚ ਬਹੁਤ ਸੌਖੀ ਹੈ, ਅਤੇ ਉਸ ਤੋਂ ਬਾਅਦ ਆਪਾਂ ਨੂੰ ਟ੍ਰੀਟਮੈਂਟ ਵੀ ਤੁਹਾਨੂੰ ਫ੍ਰੀ ਆਫ ਕਾਸਟ ਗੌਰਮੈਂਟ ਦਿੰਦੀ ਹੈ ਇਹਦੇ ਬਾਰੇ। ਸੋ ਆਓ ਇਹ ਆਪਾਂ ਇਸ ਬਿਮਾਰੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੀਏ। ਕਾਫੀ ਹੱਦ ਤੱਕ ਆਪਾਂ ਸਕਸੈਸਫੁਲ ਹੋ ਚੁੱਕੇ ਹਾਂ, ਬਟ ਫਿਰ ਵੀ ਇਹਦੇ ਬਹੁਤ ਕੇਸਿਸ ਹਾਲੇ ਚੱਲੀ ਜਾ ਰਹੇ ਨੇ। ਜਿੰਨਾ ਜਲਦੀ ਡਾਇਗਨੋਸ ਹੋਏਗਾ ਪੇਸ਼ੈਂਟ, ਉਨੀ ਜਲਦੀ ਇਹ ਬਿਮਾਰੀ ਪਕੜ ਵਿੱਚ ਆ ਜਾਏਗੀ। ਅਤੇ ਇਹਦੇ ਨਾਲ ਦੋਸਤੋ ਅੱਜ ਦੀ ਆਪਾਂ ਜੋ ਟਾਕ ਹੈ ਇਹਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਨੈਕਸਟ ਟਾਈਮ ਫਿਰ ਕੋਈ ਸਿੰਪਲ ਟੌਪਿਕ ਨਾਲ ਮਿਲਾਂਗੇ। ਥੈਂਕ ਯੂ।